ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਪਾਠ ਤੀਜਾ, ਸ਼ਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋੜ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕਚ। ਸਤਿਗੁਰਾਂ ਦੇ ਬਚਨ ਦੀ ਆਪਾਂ ਰਹਿਮਤ ਲਈਏ, ਜਿੰਨੀ ਕੁਦਰਤ ਨੇ ਆਪਾਂ ਨੂੰ ਭਾਈ ਬੁੱਧੀ ਬਖਸ਼ੀ ਹੈ। ਇੱਥੇ ਸੱਚੇ ਨੂੰ ਸੰਬੋਧਨ ਹੈ। ਪਿੱਛੇ ਵੀ ਆਪਾਂ ਸੁਖਮਨੀ ਸਾਹਿਬ 'ਚ ਵੀ ਨਾਲ ਵਿਚਾਰਦੇ ਹੀ ਆਏ ਹਾਂ ਕਿ ਬਾਣੀ ਸਾਨੂੰ ਦੋ ਹੀ ਪੱਖ ਸਮਝਾ ਰਹੀ ਹੈ ਭਾਈ, ਸੱਚ ਔਰ ਝੂਠ। ਜੋ ਅਸੀਂ ਦੇਖ ਰਹੇ ਹਾਂ ਉਹ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਜੋ ਸੱਚ ਹੈ ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ, ਉਹ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਅਸੀਂ ਉਹਨੂੰ ਮਹਿਸੂਸ ਕਰ ਲਈਏ। ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਦੱਸਿਆ। ਅੱਜ ਆਪਣੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤੀ ਮੇਰੀ। ਜਿਹੜੇ ਉਹਨੂੰ ਸੁਣਨਗੇ ਵਿਚਾਰਨਗੇ ਭਾਈ, ਉਹਨਾਂ ਦੀ ਪਰਮ ਗਤੀ ਨਾ ਹੋਵੇ, ਸੰਸਾਰ 'ਚ ਉਹਨਾਂ ਦਾ ਛੁਟਕਾਰਾ ਨਾ ਹੋਵੇ, ਜੰਮਣ ਮਰਨ ਦਾ ਨਾ ਕੱਟਿਆ ਜਾਵੇ, ਕਦੇ ਵੀ ਨਹੀਂ ਹੋ ਸਕਦਾ। ਪਰ ਅਸੀਂ ਸੁਣਦੇ ਨਹੀਂ ਨਾ, ਸੁਣਾਉਂਦੇ ਹਾਂ। ਅਗਿਆਨੀ ਹੈ, ਸੰਸਾਰੀ ਜੀਵ ਹਾਂ, ਮੋਹ ਮਾਇਆ ਨੰਗ ਰਸਤਾ ਹੈ, ਪਰ ਆਪਦੇ ਆਪ ਨੂੰ ਸਰੀਰ ਕਰਕੇ ਪੂਰਨ ਮੰਨੀ ਜਾਂਦੇ ਹਾਂ। ਬਸ ਐਂ ਦੇਖਦਿਆਂ ਸਮਾਂ ਨਿਕਲ ਜਾਂਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਜਾਨੂੰ ਭਾਈ ਕਾਲ ਆ ਜਾਂਦਾ। ਜਿਹੜੀ ਅਸੀਂ ਪ੍ਰੀਤੀ ਪਾਈ ਬੈਠੇ ਹਾਂ ਸੰਸਾਰ 'ਚ, ਉਹ ਜਾਣ ਵੇਲੇ ਉਹ ਵੀ ਝੂਠੀ ਹੋ ਜਾਂਦੀ ਹੈ। ਨੌਵੇਂ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਜਗਤ ਮੇਂ ਝੂਠੀ ਦੇਖੀ ਪ੍ਰੀਤ, ਇਹ ਪ੍ਰੀਤੀ ਵੀ ਝੂਠੀ ਹੋ ਜਾਂਦੀ ਹੈ। ਫਿਰ ਕਿਹਦੇ ਨਾਲ ਪ੍ਰੀਤ ਪਾਈਏ? ਸੱਚੇ ਨਾਲ ਪਾਈਏ ਨਾ। ਦਸਮ ਪਾਤਸ਼ਾਹ ਜਾਪ ਸਾਹਿਬ 'ਚ ਆਪਾਂ ਨੂੰ ਸਮਝਾਉਂਦੇ ਆ, ਨਵੋ ਪ੍ਰੀਤ ਪ੍ਰੀਤੇ ਨਵੋ ਗੀਤ ਗੀਤੇ। ਗੀਤ ਉਹਦੇ ਬਾਣੀ ਗਾਉਣੇ, ਜਿਵੇਂ ਜਿਵੇਂ ਆਪਾਂ ਉਹਦੇ ਗੁਣ ਗਾਈ ਜਾਂਦੇ ਹਾਂ, ਪ੍ਰੀਤ ਵੱਧਦੀ ਚਲੀ ਜਾਂਦੀ ਹੈ। ਜਿਹੜੀ ਸਾਡੀ ਸੰਸਾਰੀ ਪ੍ਰੀਤ ਹੈ, ਇਹਦਾ ਅੰਤ ਆ ਜਾਂਦਾ ਵਾ। ਇਹ ਕਿਹੜੀ ਪ੍ਰੀਤ ਹੈ ਭਾਈ? ਮੋਹ ਦੀ ਹੈ, ਮੋਹ ਦੇ ਰਿਸ਼ਤਿਆਂ ਦੀ ਹੈ। ਇਹ ਸੰਸਾਰ ਹੀ ਚੱਲਦਾ ਰਹਿੰਦਾ ਵਾ। ਸੱਚ ਦੇ ਗਿਆਨ ਤੋਂ ਬਿਨਾਂ ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਆਪਦੀ ਮੱਤ ਨਾਲ ਇਹਨੂੰ ਅਰਥਾ ਰਹੇ ਹਾਂ ਬਾਣੀ ਨਾਲ, ਸਾਰੇ ਹੀ ਲੱਗੇ ਹੋਏ ਹਾਂ। ਪਰ ਇਹ ਸਾਰਾ ਹੀ ਜਿਹੜਾ ਹੈਗਾ ਵਿਸ਼ਾ ਵਾ ਧਰਮ ਦਾ, ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਫਿਰ ਇਹਨੂੰ ਕਿਵੇਂ ਸਮਝਾਂਗੇ? ਧਰਮ ਕੀ ਹੁੰਦਾ ਹੈ ਜੋ ਅਸੀਂ ਕਰਦੇ ਹਾਂ? ਜਾਂ ਧਰਮ ਹੈ ਕਿਵੇਂ ਪਤਾ ਲੱਗੂ ਸਾਨੂੰ? ਜੇ ਇਹਨੂੰ ਬਾਣੀ ਨੂੰ ਸੁਣਾਂਗੇ ਜੋ ਗਿਆਨ ਪੈਦਾ ਹੋਊਗਾ। ਭੁੱਲਿਆਂ ਗੁਰਦੇ ਸਮਝਾਏ, ਜਿੱਥੋਂ ਅਸੀਂ ਭੁੱਲਾਂਗੇ ਗੁਰੂ ਸਾਨੂੰ ਸਮਝਾ ਦਿੰਦਾ ਹੈ ਉਪਦੇਸ਼ ਦੇ ਰਾਹੀਂ। ਗੁਰ ਚੇਲੇ ਕੀ ਸੰਧ ਬੁਲਾਈਏ, ਦੂਰ ਹੋ ਗਏ ਹਾਂ, ਉਹੀ ਤਾਂ ਦੂਰੀ ਤੈਅ ਕਰਨੀ ਆ। ਬਾਣੀ ਜਿਹੜੀ ਸਾਡੀ ਦੂਰੀ ਪੈ ਗਈ, ਉਹੀ ਤਾਂ ਭਾਈ ਪੂਰੀ ਕਰਦੀ ਹੈ। ਸੰਤ ਪ੍ਰਤਾਪ ਦੁਰੰਤ ਸਭ ਨਸੈ, ਸੰਤ ਦਾ ਮਾਰਗ ਹੈ ਬਾਣੀ ਭਾਈ, ਗਿਆਨ ਹੈ। ਸੰਤ ਦੇ ਗਿਆਨ ਨਾਲ ਦੁਰੰਤ ਤੋਂ ਭਾਵ ਜਿਹੜੀ ਦੂਰੀ ਹੈ ਸਾਡੀ, ਉਹ ਖਤਮ ਹੋ ਜਾਂਦੀ ਹੈ। ਸੰਤ ਪ੍ਰਸਾਦ ਨਿਹਚਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੋਲਾਇਆ। ਸਾਰੇ ਸੁੱਖਾਂ ਦੀ ਫੇਰ ਪ੍ਰਾਪਤੀ ਹੁੰਦੀ ਹੈ ਜਦੋਂ ਸਾਨੂੰ ਇਹਦੇ ਵਿੱਚੋਂ ਗੁਰ ਸ਼ਬਦ ਦੀ ਕਮਾਈ 'ਚੋਂ ਗਿਆਨ ਪੈਦਾ ਹੁੰਦਾ। ਫਿਰ ਸਾਰੀ ਖੇਲ ਸਾਨੂੰ ਸਮਝ ਆਉਂਦੀ ਹੈ। ਜਿਹੜੇ ਅਸੀਂ ਪਹਿਲਾਂ ਅਰਥ ਉਹਦੇ ਆਪਦੀ ਬੁੱਧੀ ਨਾਲ ਅਰਥਾਉਂਦੇ ਹਾਂ ਜਾਂ ਕਰਦੇ ਹਾਂ, ਸ਼ਬਦ ਬੋਧ ਤਾਂ ਸਾਨੂੰ ਹੁੰਦਾ ਨਹੀਂ, ਉਹ ਮਾਇਆ ਦੇ ਅਰਥ ਅਸੀਂ ਕਰ ਦਿੰਦੇ ਹਾਂ। ਮਾਇਆ ਦੇ ਤਾਂ ਪ੍ਰਮਾਣ ਨੇ ਭਾਈ, ਇਹਨੂੰ ਸਮਝਣ ਖਾਤਰ। ਰਹਿ ਰਾਸ ਵੀ ਰੋਜ਼ ਪੜ੍ਹਦੇ ਹਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾੜ ਚਲੋ ਹਰਲਾਹਾ, ਅੱਗੇ ਵਸਨ ਸੇਲਾ। ਕਹਿੰਦੇ ਵੀ ਪਰ ਕਮਾਈ ਨਹੀਂ ਕਰਦੇ, ਇੱਥੇ ਹੀ ਪਾਲੀ ਜਾਂਦੇ ਹਾਂ ਸਾਰਾ ਕੁਛ। ਇਹ ਤਾਂ ਅੰਮ੍ਰਿਤ ਲੋਕ ਹੈ ਭਾਈ, ਛੱਡਣਾ ਪੈਣਾ ਵਾ। ਰਹਿ ਰਾਸ ਦੇ ਵਿੱਚ ਹੀ ਬਚਨ ਨੇ ਸਤਿਗੁਰਾਂ ਦੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋ। ਕਿਸੇ ਦੇ ਕਹਿਣ 'ਤੇ ਉਹ ਵੱਡਾ ਨਹੀਂ ਹੈਗਾ ਭਾਈ, ਹੈ ਹੀ ਵੱਡਾ ਉਹ। ਕਿਸੇ ਦੇ ਕਹਿਣ 'ਤੇ ਘਟਦਾ ਨਹੀਂ, ਸਾਰਾ ਸੰਸਾਰ ਵੀ ਉਹਦਾ ਵਿਰੋਧ ਕਰੀ ਜਾਵੇ,
ਉਹ ਜੰਮਣ ਮਰਨ ਤੋਂ ਪਰੇ ਹੈ। ਉਹਦੇ ਘਰ 'ਚ ਖੁਸ਼ੀਆਂ ਰਹਿੰਦੀਆਂ, ਆਨੰਦ ਰੂਪ ਮੰਗਲ ਸਜਾ ਕੇ ਸਰਬ ਥੋਕ ਸੁਣੀਏ ਕਰਤਾ ਕੇ ਸਤਿਗੁਰਾਂ ਦੇ ਵਚਨ ਨੇ ਸੁਖਮਨੀ ਸਾਹਿਬ 'ਚ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਦਿੰਦਾ ਰਹਿੰਦਾ ਵਾ, ਚੁੱਕਦਾ ਨਹੀਂ ਹੈਗਾ। ਇਹ ਗੁਣ ਕਿਸੇ ਬੰਦੇ 'ਚ ਨਹੀਂ ਹੋ ਸਕਦੇ। ਅਸੀਂ ਤਾਂ ਭੁਲੱਕੜ ਹੈ, ਭੁੱਲ ਜਾਂਦੇ ਹਾਂ। ਇਹ ਗੁਣ ਸਾਡੇ 'ਚ ਕਿਵੇਂ ਸਾਡੇ 'ਚ ਨਹੀਂ ਹੋ ਸਕਦੇ। ਇਹ ਸੰਸਾਰੀ ਜੀਵਾਂ 'ਚ ਇਹ ਗੁਣ ਨਹੀਂ ਹੋ ਸਕਦੇ ਕਿ ਇੱਕ ਬੰਦਾ ਹੀ ਸਾਰਿਆਂ ਦੀ ਪ੍ਰਤਿਪਾਲ ਕਰੇ, ਸਾਰਿਆਂ ਦਾ ਧਿਆਨ ਰੱਖੇ। ਕਿਵੇਂ ਰੱਖ ਲੂਗਾ? ਫਿਰ ਵੀ ਅਸੀਂ ਦਾਅਵੇ ਕਰਦੇ ਹਾਂ, ਅਲੱਗ ਅਲੱਗ ਸੰਪਰਦਾਇਕਾਂ ਦਾਅਵੇ ਕਰਦੀਆਂ ਨਹੀਂ ਪਾਏ। ਇਹ ਤਾਂ ਪਾਠ 'ਚ ਉਹਨੇ ਵੰਡੇ ਹੋਏ ਆ। ਸਾਰੀ ਸ੍ਰਿਸ਼ਟੀ ਉਹਨੇ ਬਣਾਈ ਹੈ। ਸ੍ਰਿਸ਼ਟੀ ਦੀ ਪਾਲਣਾ ਵੀ ਆਪ ਹੀ ਕਰ ਰਿਹਾ, ਦੇਖਭਾਲ ਵੀ ਆਪ ਹੀ ਕਰ ਰਿਹਾ। ਸਾਰਿਆਂ ਦਾ ਕੰਮ ਆਪ ਪਿਓ ਹੀ ਹੈ। ਸਭਨਾ ਕੰਮ ਆਪ ਪਿਓ ਆਪ ਹੈ। ਸਭ ਕੋ ਵਾਸੇ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੈਠਾ। ਘਟ ਘਟ ਅੰਤਰ ਤੂੰ ਹੈ ਬੈਠਾ, ਤੂੰ ਨਾ ਦਿਸੇ ਵਾਰਾ ਜੀ। ਦੀਂਦਾ ਨਹੀਂ, ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਫਿਰ ਵੀ ਅਸੀਂ ਸੰਕਲਪ ਦੇ ਰਾਹੀਂ ਉਹਦੇ ਨਵੇਂ ਨਵੇਂ ਰੂਪ ਘੜ ਘੜ ਕੇ ਕਿੰਨੀਆਂ ਮੱਤਾਂ ਬਣਾਤੀਆਂ। ਉਹਦੀ ਤਾਂ ਵਾਰ ਆ। ਫਿਰ ਇਹ ਵਾਰ ਵਾਰ ਸਾਨੂੰ ਬਾਣੀ ਸਮਝਾ ਰਹੀ ਹੈ। ਇੱਛਾ ਤੇ ਵਾਰ ਕਹਿ ਲਈਏ, ਜੋ ਸਾਡੇ ਅੰਦਰ ਇੱਛਾ ਉੱਠਦੀ ਹੈ ਉਹ ਤੇ ਤਾਂ ਵਾਰ ਆ, ਉਹਨੂੰ ਤਾਂ ਬਾਣੀ ਦਬਾਉਂਦੀ ਹੈ। ਇੱਛਾ ਤਾਂ ਕਾਲ ਹੈ ਭਾਈ। ਫਿਰ ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਸਾਰਿਆਂ ਨੂੰ ਦਿੰਦਾ ਰਹਿੰਦਾ ਵਾ, ਉਹਦਾ ਸੁਭਾਅ ਆ। ਗੁਣ ਇਹ ਗੁਣ ਉਹ 'ਚ ਨੇ। ਹੋਰ ਕਿਸ ਚੀਜ਼ ਨਹੀਂ ਗੁਣ ਹੋ ਸਕਦੇ। ਸੰਸਾਰੀ ਜੀਵਾਂ 'ਚ ਇਹ ਗੁਣ ਨਹੀਂ ਹੋ ਸਕਦੇ। ਨਾ ਕੋਈ ਸ੍ਰਿਸ਼ਟ ਦਾ ਰਾਜਾ ਹੋ ਸਕਦਾ ਹੈ, ਨਾ ਸ੍ਰਿਸ਼ਟ ਦਾ ਕੋਈ ਪ੍ਰਤਿਪਾਲਕ ਹੋ ਸਕਦਾ। ਇੱਕ ਹੀ ਹੈ ਭਾਈ। ਉਹਦਾ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ। ਇਹ ਯੁੱਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ ਵਾ। ਹੁਣ ਸਤਿਗੁਰਾਂ ਦੀ ਕਿਰਪਾ ਰਹਿਮਤ ਹੋ ਜਾਣੀ ਹੈ ਆਪਣੇ 'ਤੇ। ਫਿਰ ਆਪਾਂ ਨੂੰ ਆਪਣੇ ਮੂਲ ਹਰ ਦਾ ਗਿਆਨ ਹੋ ਜਾਣਾ ਵਾ। ਫਿਰ ਆਤਮਾ ਨੇ ਪ੍ਰਾਤਮਾ 'ਚ ਲੈ ਹੋ ਜਾਣਾ ਵਾ। ਹੁਣ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਸਤਿਗੁਰਾਂ ਦੇ ਵਚਨ ਪਹਿਲੀ ਪਾਤਸ਼ਾਹੀ ਗੁਰੂ ਕੀ ਸਮਝਾਉਂਦੇ ਆ? ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਸੱਚੇ ਦੀ ਗੱਲ ਹੈ ਇੱਥੇ, ਕੋਈ ਮਾਇਆ ਦੇ ਪਲੈਨਟ ਦੀ ਗੱਲ ਨਹੀਂ ਹੈਗੀ। ਮਾਇਆ ਦੀ ਗੱਲ ਨਹੀਂ, ਧਰਤੀਆਂ ਦੀ ਗੱਲ ਨਹੀਂ। ਖੰਡ ਹੁੰਦਾ ਅਲੱਗ। ਅਸੀਂ ਅਲੱਗ ਹੋ ਗਏ ਉਹਦੇ ਨਾਲ, ਸੱਚੇ ਨਾਲੋਂ। ਹੈ ਤਾਂ ਸੱਚੇ ਹੀ ਆ। ਆਤਮਾ ਮਰਦੀ ਨਹੀਂ, ਅਮਰ ਹੈ। ਹਨੇਰਾ ਆ ਗਿਆ ਸਾਡੇ ਅੰਦਰ, ਦਾਇਰੇ ਦੇ ਵਿੱਚ, ਬੁੱਧੀ ਦੇ ਦਾਇਰੇ ਦੇ ਵਿੱਚ। ਜਿਵੇਂ ਦੀਵੇ ਥੱਲੇ ਹਨੇਰਾ ਹੁੰਦਾ ਵਾ, ਐ ਸਾਡੇ ਅੰਦਰ ਹਨੇਰਾ ਆ ਗਿਆ, ਜਿਹਨੂੰ ਭਰਮ ਕਿਹਾ ਬਾਣੀ ਵਿੱਚ। ਗੁਰਪ੍ਰਸਾਦ ਭਰਮ ਕਾ ਨਾਚ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਆਪਾਂ ਖੰਡ ਬ੍ਰਹਿਮੰਡ ਨੂੰ ਸਮਝੀਏ। ਸਤਿਗੁਰ ਕੀ ਸਮਝਾਉਣਾ ਚਾਹੁੰਦੇ ਨੇ? ਅਵਲ ਅੱਲੇ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਕੌਣ ਕਹਿ ਰਹੇ ਨੇ? ਇਹ ਭਗਤ ਗੁਰੂ ਸਾਹਿਬਾਨ ਆਪਾਂ ਨੂੰ ਸਮਝਾ ਰਹੇ ਨੇ ਉਪਦੇਸ਼ ਦੇ ਰਾਹੀਂ। ਇਹ ਇੱਕ ਤੋਂ ਹੀ ਪੈਦਾ ਹੋਈ ਹੈ ਸਾਰੇ ਭਾਈ। ਨੂਰ ਬੁੱਧੀ ਅਕਲ ਉਹਨੇ ਪੈਦਾ ਕੀਤੀ ਹੈ। ਉਹੀ ਤਾਂ ਖੰਡ ਹੋਈ ਹੋਈ ਹੈ। ਉਹਨੇ ਫਿਰ ਬ੍ਰਹਮ ਨਾਲ ਜੁੜਨਾ ਵਾ। ਬ੍ਰਹਿਮੰਡ ਮਤਲਬ ਅੰਦਰ, ਅੰਤਰਾਤਮਾ ਦੀ ਆਵਾਜ਼, ਜਿਹਦੀ ਕਿਰਪਾ ਨਾਲ ਸਾਡਾ ਸਾਹ ਚੱਲ ਰਿਹਾ। ਉਹਨੂੰ ਹੱਸ ਕੇ ਆ। ਹੁਣ ਅਸੀਂ ਕੀ ਆ? ਕਊਆ। ਮਨ ਕੀ ਹੈ? ਕਊਆ ਕਲਪਨਾ ਕਰਦਾ ਹੈ। ਕੱਗਾ ਕਰਕੇ ਢਢੋਲਿਆ ਸਗਲਾ ਖਾਇਆ ਮਾਸ, ਇਹ ਦੂਏ ਨੈਣਾ ਮੱਛੋ ਫਿਰ ਦੇਖਣ ਕੀ ਆ। ਜਦੋਂ ਗਿਆਨ ਹੋ ਜਾਂਦਾ, ਬੁੱਧੀ ਫਿਰ ਮਨ 'ਤੇ ਕਾਬੂ ਪਾ ਲੈਂਦੀ। ਫਿਰ ਮਨ ਕਾਂ ਨੂੰ ਕਲਪਨਾ ਕਰਨ ਨੂੰ ਰੋਕ ਦਿੰਦੀ ਹੈ। ਖੰਡ ਸੀ ਨਾ, ਫਿਰ ਬ੍ਰਹਮ 'ਚ ਲੀਨ ਹੋਣਾ ਅਸੀਂ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਉਹ ਸੱਚੇ ਨੇ। ਆਤਮਾ ਵੀ ਅਮਰ ਹੈ, ਉਹ ਵੀ ਨਹੀਂ ਮਰਦੀ ਹੈਗੀ। ਸਰੀਰ ਜ਼ਰੂਰ ਬਦਲਦੀ ਹੈ। ਜਿਹੜੇ ਖੰਡ ਹੋ ਗਏ ਫਿਰ ਉਹ ਬ੍ਰਹਮ 'ਚ ਲੀਨ ਹੁੰਦੇ ਨੇ। ਕਿਹਦੇ ਨਾਲ? ਗੁਰ ਸ਼ਬਦ ਦੇ ਗਿਆਨ ਨਾਲ। ਉਹਦੇ ਕਰਕੇ ਆਪਾਂ ਨੂੰ ਦਿਖਦਾ ਬ੍ਰਹਮ ਦੀਸੇ ਬ੍ਰਹਮ ਸੁਣੀਏ, ਇੱਕੋ ਇੱਕ ਵਖਾਣੀਏ। ਆਤਮ ਪਸਾਰਾ ਕਰਨੇ ਹਾਰਾ, ਇੱਕ ਬਿਨਾ ਨਹੀਂ ਜਾਣੀ। ਇੱਕ ਹੋਏ ਤੋਂ ਬਿਨਾਂ ਨਹੀਂ ਇਹ ਖੇਲ ਸਮਝਾਉਣੀ ਭਾਈ। ਇੱਕ ਹੋਣਾ ਪਹਿਲਾਂ ਆਪਾਂ। ਗੁਣ ਸਾਡੇ 'ਚ ਕੋਈ ਵੀ ਹੈ ਨਹੀਂ। ਪੂਰਨ ਅਸੀਂ ਪਹਿਲਾਂ ਹੋ ਜਾਂਦੇ ਹਾਂ। ਸਰੀਰ ਕਰਕੇ, ਆਤਮਾ ਕਰਕੇ ਕੋਰੇ ਰਹਿ ਜਾਂਦੇ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਜਿਹੜਾ ਅੰਤਰ ਬ੍ਰਹਮ ਹੈ ਸਾਡੇ, ਉਹ 'ਚ ਆਪਾਂ ਲੀਨ ਹੋਣਾ ਵਾ। ਇਹ ਸਰੀਰ ਨਹੀਂ, ਮਨ ਦੇ ਨਾਲ। ਮਨ ਕੀ ਹੈ? ਖੰਡ। ਇਹ ਅਵਸਥਾ ਦੇ ਨਾਂ ਨੇ। ਜਿਵੇਂ ਜਿਵੇਂ ਆਤਮਾ ਟੁੱਟਦੀ ਆ, ਤ੍ਰੇਤਾ ਦੁਆਪਰ ਕਲਯੁਗ, ਇਹ ਅਵਸਥਾ ਦੇ ਨਾਂ ਨੇ। ਯੁੱਗ ਵੀ ਅਵਸਥਾ ਦੇ ਨਾਂ ਨੇ। ਸਮਿਆਂ ਦੇ ਜਿਵੇਂ ਜਿਵੇਂ ਉਹਦੀ ਕਿਰਪਾ ਰਹਿਮਤ ਹੁੰਦੀ, ਸਾਡੇ 'ਚ ਤਬਦੀਲੀ ਆਉਂਦੀ ਰਹਿੰਦੀ ਹੈ, ਅਵਸਥਾ ਬਦਲਦੀ ਰਹਿੰਦੀ ਹੈ। ਸਰੀਰ 'ਚ ਰਹਿੰਦੇ ਰਹਿੰਦੇ ਆਪਾਂ ਘਰ ਪਹੁੰਚਣਾ। ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਸੱਚੇ ਤੇਰੇ ਲੋ ਸੱਚੇ ਆਕਾਰ। ਆਕਾਰ ਤਾਂ ਹੈ ਆਤਮਾ ਦਾ। ਮਨ ਬੋਲਦਾ ਇਹ ਆਕਾਰ ਨਹੀਂ ਹੈਗਾ। ਪਰ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਨਾ ਹੈਗਾ।
ਜਦੋਂ ਇਹ ਗੁਪਤ ਹੋ ਜਾਂਦਾ ਫਿਰ ਸੱਚਾ ਹੈ ਹਮੇਸ਼ਾ ਹੀ ਇਹ ਸਰੀਰ ਬਦਲਦਾ ਹੈ, ਆਤਮਾ ਮਰਦੀ ਨਹੀਂ ਹੈਗੀ। ਲੋ ਲਾਈਟ, ਚਾਨਣ, ਪ੍ਰਕਾਸ਼ ਸੱਚੇ ਦਾ ਹੀ ਚਾਨਣ ਹੈ, ਹੋਰ ਕਿਹਦਾ ਚਾਨਣ ਹੈ? ਉਹਦੀ ਅਕਲ ਦਿੱਤੀ ਹੋਈ ਹੈ, ਅਕਲ ਕਲਾ ਭਰਪੂਰ ਰਿਹਾ, ਉਹਦੀ ਅਕਲ ਕਲਾ ਨਾਲ ਹੀ ਸਾਰਾ ਖੇਲ ਚੱਲ ਰਿਹਾ। ਸੱਚੇ ਤੇਰੇ ਲੋ ਸੱਚੇ ਆਕਾਰ। ਅੱਗੇ ਸਤਿਗੁਰ ਕੀ ਸਮਝਾਉਂਦੇ ਹੈ? ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚ ਕਰਕੇ ਤਾਂ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਭਾਈ। ਉਹਨੇ ਪੈਦਾ ਕੀਤੀ, ਉਹਦੀ ਸੰਭਾਲ ਵੀ ਕਰ ਰਿਹਾ, ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲੇ। ਸਰਬ ਵਿਚਾਰ ਦੇ ਵਿੱਚ ਸੱਚੇ ਕਰਕੇ ਤਾਂ ਵਿਚਾਰ ਹੋ ਰਹੀ ਹੈ, ਸੱਚੇ ਕਰਕੇ ਤਾਂ ਸਾਡਾ ਜੀਵਨ ਹੈ। ਸੱਚ ਚੱਲਿਆ ਜਾਊਗਾ, ਸਰੀਰ ਕੀ ਹੈ? ਝੂਠ। ਇੱਥੇ ਇਹ ਘੜੀ ਵੀ ਨਹੀਂ ਰੱਖਦਾ ਇਹਨੂੰ ਕੋਈ, ਫਿਰ ਰਿਵੋਰੇ ਤੁਹੇ ਘੜੀ ਨਾ ਰੱਖੇ ਕੋਈ। ਯਕੀਨਨ ਜਸ ਕੀਤਾ ਸੱਚੇ ਦਾ, ਸੱਚੇ ਨਾਲ ਪਹਿਲਾਂ ਪ੍ਰੇਮ ਪਾਇਆ, ਪ੍ਰਾਪਤੀ ਕੀਤੀ, ਦੇਖ ਕੇ ਸਮਝਾਇਆ ਸਾਰਾ, ਕੋਸ਼ਿਸ਼ ਕੀਤੀ ਇਸ਼ਾਰੇ ਨਾਲ ਬਾਣੀ ਦੇ ਉਪਦੇਸ਼ ਦੇ ਦੇ ਕੇ ਕਿ ਸਾਨੂੰ ਅੰਨ੍ਹਿਆਂ ਨੂੰ, ਸੰਸਾਰੀ ਜੀਵਾਂ ਨੂੰ, ਮਾਇਆ ਧਾਰੀਆਂ ਨੂੰ ਉਹ ਨਿਰਾਕਾਰ ਦੁਨੀਆ ਦੀ ਸਮਝ ਆ ਜਾਵੇ, ਆਕਾਰ ਤੋਂ ਰਹਿਤ। ਪਹਿਲਾ ਆਪਾਂ ਸ਼ਲੋਕ ਲਿਆ ਸੀ, ਕੁਦਰਤ ਕੇ ਸਭ ਬੰਦੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕੁਛ ਪੋਚ ਕੁਮਾਰੇ। ਬਣਾਉਣ ਵਾਲੇ 'ਚ ਕੋਈ ਕਮੀ ਨਹੀਂ, ਸਾਜੀ ਆ ਉਹਨੇ। ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਨਹੀਂ। ਸਰਬ ਵਿਆਪੀ ਹੈ ਸੱਚ। ਜਿੱਥੇ ਸੱਚ ਹੈ ਉੱਥੇ ਲੋ ਲਾਈਟ ਹੈ। ਜਪਜੀ ਸਾਹਿਬ 'ਚ ਵੀ ਆਪਾਂ ਨੂੰ ਸਮਝਾਇਆ, ਤਿੱਥੇ ਲੋ ਲੋ ਆਕਾਰ, ਜਿਵੇਂ ਜਿਵੇਂ ਹੁਕਮ ਤਿਵੇਂ ਤਿਮਕਾਰ। ਜਿੱਥੇ ਲੋ ਅਕਲ ਜੋਤ ਹੈ ਉੱਥੇ ਉਹਦਾ ਹੁਕਮ ਚੱਲ ਰਿਹਾ ਹੈ ਭਾਈ। ਸਾਨੂੰ ਹੁਕਮ ਦੀ ਪਕੜ ਨਹੀਂ ਹੈਗੀ। ਹੁਕਮ ਕੀ ਹੈ, ਕਿਵੇਂ ਸੁਣਿਆ ਜਾਊ? ਅਸੀਂ ਬਾਹਰੋਂ ਸੁਣਦੇ ਵੀ, ਸੁਪਨੇ ਦੇਖੇ, ਬਹੁਤ ਮੱਤਾਂ ਪੈਦਾ ਹੋ ਗਈਆਂ। ਬਾਹਰੋਂ ਕਹਿੰਦੇ ਸਿੱਧੇ ਸਾਨੂੰ ਸੁਣਦੀ ਹੈ ਆਕਾਸ਼ਬਾਣੀ, ਮੰਨਦੇ ਵੀ ਆਕਾਸ਼ਬਾਣੀ ਹੈ, ਪਰ ਸਿੱਧੀ ਕਿਵੇਂ ਸੁਣੀ ਜਾਊ ਭਾਈ? ਇਹ ਕੰਨਾਂ ਦਾ ਵਿਸ਼ਾ ਹੀ ਨਹੀਂ ਹੈ। ਕਿਹਨਾਂ ਨੇ ਦੱਸਿਆ ਆਪਾਂ ਨੂੰ? ਭਗਤ ਗੁਰੂ ਸਾਹਿਬਾਨਾਂ ਨੇ। ਸੱਚੇ ਤੇਰੇ ਕਰਨੇ ਸਰਬ ਵਿਚਾਰ। ਸਰਬ ਵਿਚਾਰ ਦੇ ਵੀ ਸੱਚ ਦੀ ਵਿਚਾਰ ਹੈ। ਜਦ ਤੱਕ ਸੱਚ ਰਹਿੰਦਾ ਸ੍ਰਿਸ਼ਟੀ ਰਹਿੰਦੀ ਹੈ। ਪ੍ਰਤਪਾਲੇ ਜੀਵਨ ਬਹੁ ਭਾਤ, ਅਨੇਕਾਂ ਵਿਧੀਆਂ ਨਾਲ ਪਾਲ ਰਿਹਾ। ਜਿਹੋ ਜਿਹੇ ਜੀਵ ਬਣਾਏ ਨੇ ਉਹ ਜਿਹਾ ਨੂੰ ਗਿਆਨ ਦਿੱਤਾ ਹੋਇਆ, ਸਾਰਿਆਂ ਦਾ ਖਿਆਲ ਰੱਖ ਰਿਹਾ। ਕਿਵੇਂ ਦੇਖਾਂਗੇ ਆਪਾਂ? ਦਿਵ ਦ੍ਰਿਸ਼ਟੀ ਨਾਲ, ਉਹ ਗੁਰ ਸ਼ਬਦ ਦੇ ਗਿਆਨ ਨਾਲ ਆਪਾਂ ਨੂੰ ਦਿਵ ਦ੍ਰਿਸ਼ਟੀ ਮਿਲਣੀ ਹੈ। ਅੱਖਾਂ ਨਾਲ ਨਹੀਂ ਦਿੰਦਾ, ਅੱਖਾਂ ਤਾਂ ਉਹਦੀ ਮਾਇਆ ਬਣਾਈ ਹੋਈ ਦਿਖਦੀ ਹੈ। ਉਹ ਨਿਰਾਕਾਰ ਦੁਨੀਆ ਦਾ ਤਾਂ ਸਾਨੂੰ ਗਿਆਨ ਹੀ ਨਹੀਂ ਹੈਗਾ, ਉਹੀ ਤਾਂ ਬਾਣੀ ਕਰਾਉਂਦੀ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ। ਅਮਰ ਹੈ ਹੁਕਮ, ਇਹ ਕਥਾ ਅਮਰਾਪੁਰੀ ਕੀ ਜਿਸ ਦੇਸੋ ਪਾਵੇ। ਇਹ ਕਥਾ ਹੈ ਅਮਰਾਪੁਰੀ ਦੀ ਭਾਈ, ਜਿਹੜਾ ਇਹਨੂੰ ਸੁਣੂਗਾ ਅਮਰ ਹੋ ਜੂ। ਉਹਦਾ ਹੁਕਮ ਐਸਾ ਹੈ, ਅਮਰ ਕਰ ਦਿੰਦਾ ਹੈ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਉਹਦੀ ਵਿਰਤੀ ਅਪੱਗ ਹੈ, ਸਾਰਿਆਂ ਦਾ ਧਿਆਨ ਰੱਖ ਰਿਹਾ। ਬਹੁਤ ਧਰਮ ਕਹਿੰਦੇ ਨੇ ਜੀ ਰੱਬ ਨਾਲ ਧਿਆਨ ਲਾਓ। ਕਿਉਂ? ਕਾਹਤੇ ਲਾਈਏ ਰੱਬ ਨਾਲ ਧਿਆਨ? ਸਾਡੀ ਇੰਨੀ ਬੁੱਧੀ ਹੈਗੀ ਹੈ ਕਿ ਅਸੀਂ ਉਹਨੂੰ ਉਸ ਤਾਂ ਮਹਿਸੂਸ ਵੀ ਨਹੀਂ ਕਰ ਸਕਦੇ। ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ। ਅਸੀਂ ਧਿਆਨ ਕਿਹਦੇ ਨਾਲ ਲਾਉਣਾ? ਉਹੀ ਤਾਂ ਬਾਣੀ ਗਿਆਨ ਕਰਾਉਂਦੀ ਆ। ਅਸੀਂ ਤਾਂ ਧਿਆਨ ਮਨ ਦਾ ਰੱਖਣਾ। ਗੁਰੂ ਸ਼ਬਦ ਦੇ ਗਿਆਨ ਤੋਂ ਬਾਅਦ ਵੀ ਮਨ ਬੁਰਾਈਆਂ ਤੋਂ ਕਿਵੇਂ ਮੁੜਦਾ ਵਾ, ਇਹਨੂੰ ਮੋੜਨਾ, ਇਹਦਾ ਧਿਆਨ ਰੱਖਣਾ। ਉਹਦੀ ਧਿਆਨ ਰੱਖਣ ਦੀ ਨਹੀਂ ਲੋੜ ਹੈਗੀ। ਉਹ ਤਾਂ ਸਾਰਿਆਂ ਦੀ ਪ੍ਰਤਪਾਲਕ ਹੈ, ਸਰਬ ਵਿਆਪੀ ਹੈ। ਉਹਦਾ ਅਸੀਂ ਕੀ ਧਿਆਨ ਰੱਖਾਂਗੇ? ਫਿਰ ਇਹ ਵੀ ਕਹਿੰਦੇ ਮੌਤ ਨੂੰ ਯਾਦ ਰੱਖੋ। ਜੇ ਅਸੀਂ ਯਾਦ ਰੱਖਾਂਗੇ ਕਿ ਸਾਨੂੰ ਮੌਤ ਛੱਡ ਦੂਗੀ। ਜੇ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ ਕਿ ਬਿੱਲੀ ਉਹਨੂੰ ਛੱਡ ਦੂ, ਜੇ ਅਸੀਂ ਕਾਲ ਕਰਨੀ ਪਿੱਠ ਕੀਤੀ ਹੋਈ ਹੈ, ਉਹ ਤਾਂ ਭਾਈ ਆ ਜਾਣਾ। ਫਿਰ ਆਪਾਂ ਨੂੰ ਛੱਡਣਾ ਪੈਣਾ ਸਰੀਰ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ ਆ ਜਾਣਾ। ਫਿਰ ਕਹੋ ਕਬੀਰ ਤਬ ਹੀ ਨਰ ਜਾਗੇ ਜਬ ਜੰਮ ਕਾ ਡੰਡ ਮੂਡ ਮੇ ਲਾ ਕੇ। ਫਿਰ ਵੀ ਉੱਠਾਂਗੇ, ਫਿਰ ਸਮਾਂ ਨਿਕਲ ਜਾਂਦਾ ਭਾਈ। ਸੱਚਾ ਤੇਰਾ ਅਮਰ ਸੱਚਾ ਦੀਵਾਨ। ਇਹ ਸੱਚ ਦਾ ਗਿਆਨ ਐਸਾ ਹੈ ਭਾਈ, ਅਮਰ ਹੋ ਜਾਂਦੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤੀ ਮੇਰੀ। ਇਹਨੂੰ ਸੁਣਨਾ, ਸੁਣ ਬੜਭਾਗੀ ਆ ਹਰ ਅੰਮ੍ਰਿਤ ਬਾਣੀ ਰਾਹ। ਇਹ ਸੱਚੇ ਦਾ ਜਸ ਹੋ ਰਿਹਾ ਭਾਈ। ਸੱਚੇ ਬਾਰੇ ਸਮਝਾ ਰਿਹਾ ਇਸ ਪੌੜੀ ਦੇ ਵਿੱਚ ਆਪਾਂ ਨੂੰ ਪਹਿਲੀ ਪਾਤਸ਼ਾਹੀ ਦੇ ਮਹੱਲੇ 'ਚ। ਸੱਚਾ ਤੇਰਾ ਹੁਕਮ ਸੱਚਾ ਫਰਮਾਨ। ਆਪਾਂ ਹੁਕਮ ਨੂੰ ਸਮਝੀਏ। ਹੁਕਮ ਕੀ ਹੁੰਦਾ ਹੈ? ਦੋ ਤਰ੍ਹਾਂ ਦੇ ਹੁਕਮ ਨੇ। ਇੱਕ ਆਪਣਾ ਹੁਕਮ ਹੈ ਕਲਪਨਕ,
ਫਿਰ ਜੇ ਅਸੀਂ ਆਪਣੇ ਮਨ ਦੇ ਪਿੱਛੇ ਚੱਲਾਂਗੇ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ, ਫਿਰ ਆਪਾਂ ਨੂੰ ਜੰਮਣ ਮਰਨ ਤਿਆਰ ਪਿਆ। ਜੇ ਗੁਰ ਕੇ ਭਾਣੇ ਚੱਲਾਂਗੇ, ਗੁਰ ਕੇ ਭਾਣੇ ਜੋ ਚੱਲੇ ਭਾਈ ਬੋਝ ਤੇ ਬੈਠਾ ਆਏ। ਜੇ ਆਪਾਂ ਸੰਸਾਰੀ ਭਾਵ ਲਈਏ ਹੁਕਮ ਬਾਰੇ, ਅਸੀਂ ਬਾਜ਼ਾਰਾਂ 'ਚ ਜਾਂ ਸ਼ਹਿਰਾਂ 'ਚ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ, ਸਰਕਾਰਾਂ ਹੁਕਮ ਕਰਦੀਆਂ, ਪਾਰਲੀਮੈਂਟ ਦਾ ਹੁਕਮ ਆ ਜਾਂਦਾ, ਆਪਾਂ ਕੀ ਹੋ ਗਿਆ ਬਈ ਪਾਰਲੀਮੈਂਟ ਦਾ ਹੁਕਮ ਹੋਇਆ। ਜਿਹੜਾ ਉਹ ਕੰਮ ਕਰ ਰਿਹਾ ਉਹਨੂੰ ਫਰਮਾਨ ਕਹਿੰਦੇ ਨੇ। ਜਦੋਂ ਹੁਕਮ ਹੋ ਜਾਂਦਾ ਬਾਹਰ ਆਉਂਦਾ ਫਿਰ ਫਰਮਾਨ ਸ਼ੁਰੂ ਹੁੰਦਾ ਵਾ। ਇਵੇਂ ਸੱਚਾ ਹੁਕਮ ਹੈ ਉਹਦਾ, ਜਦੋਂ ਹੋ ਜਾਂਦਾ ਫਰਮਾਨ ਫਿਰ ਇਹਨੂੰ ਕੋਈ ਕੱਟ ਨਹੀਂ ਸਕਦਾ, ਉਹ ਕੱਟ ਵਾ। ਜੋ ਸੰਸਾਰ 'ਚ ਹੋਣਾ ਹੁੰਦਾ ਉਹਨੂੰ ਕੋਈ ਨਹੀਂ ਰੋਕ ਸਕਦਾ। ਅੱਜ ਤੱਕ ਤਾਂ ਕੋਈ ਰੋਕ ਨਹੀਂ ਸਕਿਆ ਭਾਈ। ਸਾਨੂੰ ਗਿਆਨ ਹੀ ਨਹੀਂ ਹੈਗਾ ਉਹ ਸ਼ਕਤੀ ਦਾ, ਸਰਬਪ੍ਰਿਤ ਪਾਲਕ ਦਾ ਸਾਨੂੰ ਗਿਆਨ ਨਹੀਂ। ਜਿਹਨੇ ਸਾਰਾ ਕੁਝ ਬੀਜਿਆ ਭਾਈ ਉਹੀ ਪਾਣੀ ਲਾਉਂਦਾ ਹੈ। ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਫਿਰ ਫਰਮਾਨ ਉਹਨੂੰ ਕਹਿੰਦੇ ਨੇ ਜੋ ਵਰਤ ਰਿਹਾ ਵਾ ਹੁਕਮ ਹੋਣ ਤੋਂ ਬਾਅਦ। ਜਦ ਤੱਕ ਹੁਕਮ ਨਹੀਂ ਹੁੰਦਾ ਫਰਮਾਨ ਨਹੀਂ ਹੁੰਦਾ ਹੈਗਾ। ਹੁਕਮ ਹੋ ਗਿਆ, ਬਾਹਰ ਆ ਗਿਆ ਹੁਕਮ, ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ ਹੁਕਮ ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ ਹੈਗਾ। ਆਕਾਰ ਸ੍ਰਿਸ਼ਟੀ ਪੈਦਾ ਹੋ ਜਾਂਦੀ ਹੈ, ਜੀਵ ਭੱਜਣ ਲੱਗ ਜਾਂਦੇ ਨੇ, ਸਾਹ ਲੈਣ ਲੱਗ ਜਾਂਦਾ ਜੀਵ। ਜਦੋਂ ਹੁਕਮ ਹੋ ਜਾਂਦਾ ਫਰਮਾਨ, ਸ਼ੁਰੂਆਤ ਕਿਰਿਆ ਸ਼ੁਰੂ ਹੋ ਗਈ, ਉਹਨੂੰ ਫਰਮਾਨ ਕਹਿੰਦੇ ਆ। ਜੋ ਅਸੀਂ ਕਰਨ ਲੱਗ ਜਾਂਦੇ ਹਾਂ, ਆਪਾਂ ਕਹਿੰਦੇ ਵੀ ਸਰਕਾਰ ਦਾ ਹੁਕਮ ਹੋਇਆ ਭਾਈ ਤਾਂ ਕਰਦੇ ਹਾਂ। ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਉਹ ਸੱਚਾ ਹੁਕਮ ਹੈ, ਸੱਚਾ ਫਰਮਾਨ ਹੈ, ਉਹ ਅਕੱਟ ਹੈ। ਸਾਡਾ ਹੁਕਮ ਜਿਹੜਾ ਹੈਗਾ ਇਹ ਕਾਲਪਨਿਕ ਹੈ, ਇਹ ਕਾਲਵਸ ਹੈ। ਸੱਚੇ ਦੀ ਗੱਲ ਹੈ ਸਾਰੀ ਮਹੱਲੇ ਦੇ ਵਿੱਚ। ਅੱਗੇ ਸਤਿਗੁਰ ਕੀ ਸਮਝਾਉਂਦੇ? ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਕਰਮ ਸੱਚਾ, ਸਾਰਿਆਂ 'ਤੇ ਕਿਰਪਾ ਕਰਦਾ ਨਹੀਂ ਹੈਗਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੀ ਅਗਨਤ ਭਰੇ ਭੰਡਾਰ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਦਿੰਦਾ ਨਹੀਂ ਹੈਗਾ ਫਿਰ ਕਰਮ ਕਿਰਪਾ ਕਰਦਾ ਨਹੀਂ ਹੈਗਾ। ਵਿਸ਼ਵ ਕਰਮ ਆ ਉਹ, ਵਿਸ਼ਵ 'ਤੇ ਕਰਮ ਕਰਦਾ। ਕਰਮ ਤੋਂ ਭਾਵ ਕਿਰਪਾ ਲੈਣੀ ਆਪਾਂ, ਪਰ ਅਸੀਂ ਤਾਂ ਆਪ ਹੀ ਕਿਰਪਾ ਕਰੀ ਜਾਂਦੇ ਹਾਂ। ਸਾਰੀ ਸ੍ਰਿਸ਼ਟੀ 'ਤੇ ਕਿਰਪਾ ਕਰਦਾ ਹੈ। ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਸਤਿਗੁਰਾਂ ਨੇ ਸਮਝਾਇਆ, ਸਿਮਰੋ ਜਾਸ ਬਿਸੰਬਰ ਏਕੇ। ਜੇ ਅਸੀਂ ਬਿਸੰਬਰ ਨੂੰ ਸਮਝਾਂਗੇ ਵਿਸ਼ਵ ਜੀ ਨੇ ਸਾਜਿਆ, ਫਿਰ ਹੀ ਸਾਨੂੰ ਪਤਾ ਲੱਗੂਗਾ ਕਰਮ ਕੀ ਹੈ। ਅਸੀਂ ਹੱਥਾਂ ਪੈਰਾਂ 'ਚ ਜਿਹੜਾ ਕੰਮ ਕਰਦੇ ਉਹਨੂੰ ਕਰਮ ਕਹਿੰਦੇ ਹਾਂ। ਕੋਈ ਹੱਥ ਪੈਰ ਤਾਈਓ ਚੱਲਦੇ ਨੇ ਜੇ ਭਾਈ ਉਹਦੀ ਕਿਰਪਾ ਨਾਲ ਸਾਹ ਚੱਲ ਰਿਹਾ ਵਾ। ਜਦੋਂ ਸਾਹ ਚਲੇ ਜਾਂਦਾ ਬੰਦ ਹੋ ਜਾਂਦਾ, ਹੰਸ ਚਲੇ ਜਾਂਦਾ ਵਿੱਚੋਂ, ਫਿਰ ਕਿਉਂ ਨਹੀਂ ਹੱਥ ਪੈਰ ਕੰਮ ਕਰਦੇ? ਬਸ ਇਹੀ ਸਮਝਣਾ ਸੀਗਾ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਨਿਸ਼ਾਨ ਸੱਚ ਹਮੇਸ਼ਾ ਹੀ ਰਹਿੰਦਾ ਹੈ, ਉਹ 'ਚ ਕਮੀ ਨਹੀਂ ਆਉਂਦੀ। ਅਸੀਂ ਕਿੱਡੇ ਕਿੱਡੇ ਵੀ ਉੱਚੇ ਰੁਤਬੇ ਲੈ ਲਈਏ, ਰਾਜ ਪਾਠ ਕਾਇਮ ਕਰ ਲਈਏ, ਸਾਡੇ 'ਚ ਕਮੀ ਆ ਜਾਂਦੀ ਹੈ। ਉਹ 'ਚ ਕਮੀ ਨਹੀਂ ਆਉਂਦੀ, ਨਾ ਸੜਨ ਵਾਲੀ, ਨਾ ਕੰਮ, ਜਿਹ 'ਚ ਕੋਈ ਕਮੀ ਨਹੀਂ ਆਉਂਦੀ। ਸੁਪਰੀਮ ਤਾਕਤ ਕਹਿ ਲਈਏ, ਸਰਬ ਸ਼ਕਤੀ ਕਹਿ ਲਈਏ, ਉਹ ਨਿਸ਼ਾਨ ਕਹਿੰਦੇ ਆ। ਸਣਦਾ ਨਹੀਂ, ਉਹਦੇ ਨਾਲ ਕੋਈ ਛਲ ਨਹੀਂ ਕਰ ਸਕਦਾ। ਜਿਹੜੀ ਉਹਦੇ ਨਾਲ ਜੁੜ ਜਾਂਦੇ ਉਹਦੇ ਨਾਲ ਵੀ ਨਹੀਂ ਛਲ ਕਰ ਸਕਦਾ ਕੋਈ। ਨਾ ਉਹ ਮਰੇ ਨਾ ਠਾਗੇ ਜਾਏ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਜਿਨਕੇ ਰਾਮ ਬਸੇ ਮਨ ਮਾਏ। ਜਿਹੜੇ ਆਪਦੇ ਰਾਮ ਮੂਲ ਨਾਲ ਜੁੜ ਜਾਂਦੇ ਆ। ਅਸੀਂ ਤਾਂ ਸਿੱਧਾ ਹੀ ਰੱਬ ਦਾ ਦਰਸ਼ਨ ਭਾਲਦੇ ਹਾਂ। ਪਹਿਲਾਂ ਰਾਮ ਆਪਦੇ ਮੂਲ ਨਾਲ, ਸੀਤਾ ਲਕਸ਼ਮਣ ਜਿਹੜੇ ਵਿਛੜੇ ਹੋਏ ਰਾਵਣ ਦੇ ਨਾਲ ਰਹਿੰਦੇ ਨੇ, ਇਹਨਾਂ ਨੇ ਜਾਣਾ ਵਾ ਰਾਮ ਪਰੇ ਹੈ, ਇਹ ਮਾਇਆ 'ਚ ਫਸੇ ਹੋਏ ਨੇ। ਇਹ ਸਮਝਣ ਵਾਲੀ ਖੇਲ ਹੈ ਸਾਰੀ। ਇਹ ਸਮਝ ਗਿਆਨ ਤੋਂ ਬਾਅਦ ਫਿਰ ਬੁੱਝਣੀ ਹੈ। ਬੁੱਝਾਂਗੇ ਤਾਂ ਜੇ ਬੁੱਧੀ ਹੋਊਗੀ। ਬੁੱਧੀ ਫਿਰ ਗੁਰੂ ਨੇ ਦੇਣੀ ਸੀ, ਗੁਰੂ ਨੂੰ ਉਪਦੇਸ਼ ਕਰਨ ਲੱਗੇ, ਬੁੱਧੀ ਕਿੱਥੋਂ ਆਉਣੀ ਸੀ? ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਹੇ ਦਾਤਾ ਤੂੰ ਵਿਸ਼ਵ ਕਰਮਾ ਵਾ, ਸਾਰਿਆਂ 'ਤੇ ਕਿਰਪਾ ਕਰਦਾ ਹੈ। ਦਸਮ ਪਾਤਸ਼ਾਹ ਜਾਪ ਸਾਹਿਬ 'ਚ ਆਪਾਂ ਨੂੰ ਸਮਝਾਉਂਦੇ, ਜਾਨ ਕੋ ਦੇ ਅਜਾਨ ਕੋ ਦੇ ਹੈ। ਜਿਹੜੇ ਜਾਣਦੇ ਉਹਨਾਂ 'ਤੇ ਵੀ ਕਿਰਪਾ ਕਰਦਾ, ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਵੀ ਦੇ ਜਾਂਦਾ। ਸੁਭਾਅ ਉਹਦਾ ਸੱਚਾ ਕਰਮ ਹੋਇਆ ਨਾ, ਫਿਰ ਸਾਰਿਆਂ ਦੀ ਪਿੱਤਪਾਲ ਕਰਦਾ ਵਾ। ਆਸਾ ਦੀ ਬਾਤ ਸਤਿਗੁਰਾਂ ਨੇ ਸਮਝਾਇਆ, ਅੱਗੇ ਆ ਜਾਣਾ ਆਪਾਂ ਨੂੰ। ਕੁਦਰਤ ਸਰਬ ਪਿਆਰ, ਸਾਰਿਆਂ ਨੂੰ ਪ੍ਰੇਮ ਕਰਦਾ ਹੈ ਭਾਈ। ਅਸੀਂ ਨਹੀਂ ਕਰਦੇ ਪ੍ਰੇਮ, ਅਸੀਂ ਮਾਇਆ ਨੂੰ ਕਰਦੇ ਹਾਂ। ਸੰਸਾਰੀ ਜੀਵ ਆ, ਸਾਨੂੰ ਗਿਆਨ ਹੀ ਨਹੀਂ ਹੈਗਾ ਉਹਦਾ। ਗਿਆਨ ਤੋਂ ਬਾਅਦ ਫਿਰ ਉਹਦੇ ਨਾਲ ਪ੍ਰੇਮ ਪੈਂਦਾ ਹੈ। ਜਪਜੀ ਸਾਹਿਬ 'ਚ ਵੀ 3 ਅਵਸਥਾ ਆਪਾਂ ਨੂੰ ਸਮਝਾਈਆਂ ਸਤਿਗੁਰਾਂ ਨੇ। ਸੁਣੀਏ, ਜਿਹੜੇ ਸੁਣਦੇ ਵਿਚਾਰਦੇ ਰਹਿੰਦੇ ਨੇ, ਗਿਆਨ ਪੈਦਾ ਹੋ ਜਾਂਦਾ ਇਹਦੇ ਨਾਲ। ਫਿਰ ਮਨ ਮੰਨ ਜਾਂਦਾ। ਮੰਨੀਏ, ਫਿਰ ਮਨ ਮੰਨ ਜਾਂਦਾ। ਮੰਨਣ ਤੋਂ ਬਾਅਦ ਕੀ ਹੁੰਦਾ? ਫਿਰ ਪ੍ਰੇਮ ਪੈਂਦਾ ਹੈ।
ਤੀਜੀ ਅਵਸਥਾ ਚਲੇ ਜਾਂਦਾ, ਚੌਥੀ 'ਚ ਫਿਰ ਚਲੇ ਜਾਂਦਾ ਆਪਦੇ ਘਰ। ਅੰਤਰਗਤ ਤੀਰਥ ਮਰਨਾ ਹੋ, ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ ਮਨ ਬੁੱਧੀ। ਤੀਰਥ ਹਰਿਦੁਆਰ ਚਲੇ ਜਾਂਦੇ ਨੇ ਆਤਮਾ ਕਰਕੇ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਅਸੀਂ ਬਾਹਰ ਜਾਂਦੇ। ਇਹ ਦੋ ਹੀ ਪੱਖ ਚੱਲਣੇ ਨੇ ਭਾਈ ਨਾਲ ਨਾਲ। ਸੱਚਾ ਤੇਰਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਸੱਚੇ ਤੁਧ ਆਖੇ ਲੱਖ ਕਰੋੜ। ਤੂੰ ਸੱਚਾ ਵਾ, ਸਰਬ ਸ਼ਕਤੀਮਾਨ ਹੈ, ਸਾਰਿਆਂ ਦੀ ਪ੍ਰਤਪਾਲ ਕਰਦਾ ਹੈ। ਤੇਰੇ ਹੁਕਮ ਨੂੰ ਕੋਈ ਕੱਟ ਨਹੀਂ ਸਕਦਾ। ਤੇਰੇ ਹੁਕਮ ਦੇ ਵਿੱਚ ਪਵਣੀ, ਹਵਾ, ਅਗਨੀ ਸਾਰੇ ਤੇਰੇ ਹੁਕਮ ਚੱਲ ਰਹੇ ਨੇ। ਨਿਯਮ ਬੰਦ, ਇੱਕ ਕੀ ਹੈ ਸਮਗਰੀ, ਇੱਕ ਕੀ ਹੈ ਰੀਤ, ਇੱਕ ਸਿਉ ਮਨ ਮਾਨਿਆ। ਜਦੋਂ ਇੱਕ ਦਾ ਗਿਆਨ ਹੁੰਦਾ ਫਿਰ ਮਨ ਮੰਨਦਾ ਵਾ, ਤਾਂ ਹੋਆ ਨਿਸ਼ਚਲ ਚੀਜ਼, ਫਿਰ ਮਨ ਅਡੋਲ ਹੋ ਜਾਂਦਾ ਵਾ। ਨਹੀਂ ਡੋਲਦਾ ਰਹਿੰਦਾ ਮਾਇਆ ਦੇ ਵਿੱਚ। ਮਾਇਆ ਪਾਰ ਆਪਦੀ ਮਤ ਨਾਲ ਨਹੀਂ ਅਸੀਂ ਕਰ ਸਕਦੇ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਪਾਰ ਨਿਕਲ ਜਾਂਦੇ ਨੇ ਉਹ ਗੁਰਸਿੱਖ ਜਿਹੜੇ ਸ਼ਬਦ ਦੀ ਵਿਚਾਰ 'ਚ ਲੱਗੇ ਰਹਿੰਦੇ ਨੇ। ਆਪਦੀ ਮਤ ਦਾ ਵਿਸ਼ਾ ਨਹੀਂ ਹੈਗਾ ਇਹ, ਨਹੀਂ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਸੱਚੇ ਤੁਧ ਆਖੇ ਲੱਖ ਕਰੋੜ। ਸਾਰੇ ਕਹਿੰਦੇ ਸੱਚਾ, ਲੱਖਾਂ ਕਰੋੜਾਂ ਹੀ ਤੇਰਾ ਜਸ ਕਰਦੇ ਨੇ। ਜਿੰਨੀ ਕੁ ਸਮਝ ਦਿੱਤੀ ਹੈ ਕਿਸੇ ਨੂੰ ਤੈਂ। ਸਾਰਿਆਂ ਦੇ ਪ੍ਰਤਪਾਲਕ ਹੈ, ਸਾਰੇ ਮੰਨਦੇ ਨੇ, ਸਾਰੇ ਧਰਮ ਮੰਨਦੇ ਨੇ, ਉਹ ਇੱਕ ਹੈ। ਫਿਰ ਵਿਰੋਧ ਕਿਉਂ ਹੈ? ਗਿਆਨ ਨਹੀਂ ਹੈਗਾ। ਜਿਹਨੂੰ ਅਸੀਂ ਧਰਮ ਨਹੀਂ ਬੈਠੇ, ਉਹ ਧਰਮ ਨਹੀਂ, ਮਜ਼ਹਬ ਨੇ। ਮਜ਼ਹਬ ਦੇ ਵਿੱਚ ਲੜਾਈ ਰਹਿੰਦੀ ਹੈ, ਫਿਰਕੇ ਬਣ ਜਾਂਦੇ ਨੇ। ਫਿਰ ਉੱਥੋਂ ਧਰਮ ਸਾਰਿਆਂ ਦਾ ਇੱਕ ਹੀ ਹੈ। ਸਰਬ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਫਿਰ ਨਿਰਮਲਤਾ, ਮਲੀਨਤਾ ਖਤਮ ਹੁੰਦੀ ਹੈ, ਨਿਰਮਲ ਹੋ ਜਾਂਦਾ ਹੈ ਜਦੋਂ ਇਹਨੂੰ ਗਿਆਨ ਹੁੰਦਾ ਹੈ ਗੁਰ ਸ਼ਬਦ ਦਾ, ਹਰੀ ਦਾ, ਆਪਦੇ ਮੂਲ ਦਾ। ਫਿਰ ਧਰਮ ਦੀ ਦੁਨੀਆ ਚਲਾ ਜਾਂਦਾ। ਜਿਹੜੇ ਅਸੀਂ ਧਰਮ ਮੰਨੀ ਬੈਠੇ ਉਹ ਸਰੀਰ ਕਰਕੇ ਨੇ ਸਾਰੇ। ਆਤਮਾ ਤੋਂ ਅਸੀਂ ਕੋਰੇ ਹੁੰਦੇ ਹਾਂ। ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ। ਕਿਹਦਾ ਜ਼ੋਰ ਹੈ ਭਾਈ? ਸੱਚੇ ਦਾ ਹੀ ਹੈ। ਦੇਖ ਲਓ ਫਿਰ ਅੱਜ ਕੀ ਹਾਲ ਹੋ ਰਿਹਾ ਸੰਸਾਰ, ਕਿਵੇਂ ਵਿਸ਼ਵ ਭੈ ਭੀਤ ਹੋਇਆ। ਗ੍ਰੰਥ ਸਾਹਿਬ ਦੇ ਵਿੱਚ ਤਾਂ ਪਹਿਲਾਂ ਦਰਜ ਹੈ ਗੁਰੂਆਂ ਦੇ ਵਚਨ, ਭੈਵੇਂ ਰਚਿਓ ਸਭ ਸੰਸਾਰਾ, ਤਿਸ ਭਉ ਨਾਹੀ ਜਿਸ ਨਾਮ ਆਧਾਰਾ। ਜਿਹੜੇ ਨਾਮ ਦਾ ਆਸਰਾ ਲੈਣਗੇ ਉਹਨਾਂ ਦਾ ਭੈ ਖਤਮ ਹੋਊ ਨਹੀਂ, ਐਵੇਂ ਹੀ ਚੱਲਦਾ ਰਹੂਗਾ। ਭੈ 'ਚ ਰਚਿਆ ਕੁਦਰਤ ਨੇ, ਨਹੀਂ ਤਾਂ ਇੱਕ ਦੂਜੇ ਨੂੰ ਤੰਗ ਕਰੀਏ ਫਿਰ ਅਸੀਂ ਕਰਦੇ ਹੀ ਹਾਂ। ਇਸਕੇ ਹਾਥ ਹੋਏ ਤਾਂ ਸਭ ਕੁਛ ਲਈ, ਸਾਡੇ ਬਸ ਦਈਏ ਨਾ ਕਿਸੇ ਨੂੰ ਕੁਛ। ਸਾਰਿਆਂ ਨੂੰ ਨੱਥ ਪਾ ਕੇ ਰੱਖੀ ਹੈ ਉਹਨੇ। ਤਾਣ, ਤਾਣ ਹੁੰਦੀ ਹੈ ਸ਼ਕਤੀ, ਸੱਚੀ ਦੀ ਸ਼ਕਤੀ ਹੈ। ਸਾਰਿਆਂ ਨੂੰ ਬੰਨ੍ਹ ਕੇ ਰੱਖਿਆ ਹੋਇਆ। ਅਰਦਾਸ ਵੀ ਕਰਦੇ ਹਾਂ ਆਪਾਂ, ਤੁਮ ਠਾਕਰ ਤੁਮ ਪੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਠਾਕਰ ਹੈ, ਸਾਰਿਆਂ ਨੂੰ ਬੰਨ੍ਹ ਕੇ ਰੱਖਿਆ, ਠਾਕ ਕੇ ਰੱਖਿਆ ਹੋਇਆ। ਜੀਓ ਜੀਵ ਆਤਮਾ ਪਿੰਡ ਸਾਰਾ ਕੁਛ ਉਹਦਾ ਹੀ ਹੈ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਬੱਚੇ ਸਾਰੇ ਹੀ ਉਹਦੇ, ਪਰ ਮੰਨਦੇ ਨਹੀਂ ਹੈਗੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਜੇ ਉਹ ਕਿਰਪਾ ਰਹਿਮਤ ਕਰਦਾ ਹੈ ਫਿਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੁੱਖ ਤੇਰਾ ਦਿੱਤਾ ਲਈਏ, ਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲੇ। ਕੋਈ ਨਾ ਜਾਣੇ ਤੁਮਰੰਤ, ਕੋਈ ਨਹੀਂ ਜਾਣਦਾ ਤੈਨੂੰ, ਤੂੰ ਸਾਰਿਆਂ ਨੂੰ ਜਾਣਦਾ। ਝੂਠ ਕਿਵੇਂ ਜਾਣੂ ਸੱਚ ਨੂੰ? ਸੱਚ ਦਾ ਗਿਆਨ ਉਹ ਫੇਰ ਹੀ ਜਾਣੂ। ਉੱਚੇ ਤੇ ਉੱਚਾ ਭਗਵੰਤ, ਕਿਉਂਕਿ ਬਹੁਤ ਸੁਪਰੀਮ ਸ਼ਕਤੀ ਹੈ। ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ। ਇਸ ਤਾਂ ਖੰਡ ਹੋ ਗਏ ਭਾਈ, ਬ੍ਰਹਮ ਨੂੰ ਲੱਗ ਬੈਠੇ ਹਾਂ, ਹਾਲੇ ਹੁਕਮ ਤਾਂ ਦੂਰ ਹੈ ਸਾਤੋਂ। ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਤਾਰਿਆ। ਦੇਖੋ ਆ ਗਿਆ ਨਾ, ਸੱਚੇ ਤਾਣ, ਸੱਚੇ ਸਭ ਤਾਣ, ਸੱਚੇ ਸਭ ਜੋਰ। ਉਹ ਸੂਤਰ ਗਿਆਨ ਨਾਲ ਬੰਨ੍ਹ ਕੇ ਰੱਖਿਆ ਭਾਈ ਸਾਰੇ ਉਹਨੇ। ਤੁਮ ਤੇ ਹੋਏ ਸੋ ਆਗਿਆਕਾਰੀ। ਉਹਦੀ ਕਿਰਪਾ ਰਹਿਮਤ ਹੁੰਦੀ ਹੈ, ਫਿਰ ਮਨ ਆਗਿਆ ਚਾਹੁੰਦਾ। ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ, ਸਦਾ ਕੁਰਬਾਨੀ। ਇਹ ਕੁਰਬਾਨੀ ਦੇਣੀ ਹੈ, ਇਹੀ ਸ਼ਹੀਦ ਹੋਣਾ ਮਾਂ। ਪਹਿਲਾ ਮਰਨ ਕਬੂਲ ਕਰ ਜੀਵਨ ਕੀ ਸਾਡਾ ਹੈ। ਮਰਨਾ ਤਾਂ ਪੈਣਾ ਹੀ ਹੈ, ਸਰੀਰ ਛੱਡਣਾ ਪੈਣਾ ਹੈ। ਸਰੀਰ ਕਰਕੇ, ਆਤਮਾ ਕਰਕੇ ਨਹੀਂ। ਆਤਮਾ ਤਾਂ ਅਮਰ ਹੈ, ਮਰਦੀ ਹੀ ਨਹੀਂ। ਖੰਡ ਹੋਈ ਹੈ, ਫਿਰ ਉਹਨੇ ਲੱਗ ਹੋਈ ਹੈ, ਫਿਰ ਬ੍ਰਹਮ ਚ ਲੀਨ ਹੋ ਜਾਣਾ ਉਹਦੀ ਕਿਰਪਾ ਨਾਲ। ਉਹੀ ਤਾਂ ਕਿਰਪਾ ਲੈਣੀ ਸੀ, ਉਹੀ ਤਾਂ ਭਗਤੀ ਹੈ ਭਾਈ। ਸੱਚੇ ਸਭ ਤਾਣ, ਸੱਚੇ ਸਭ ਜੋਰ। ਉਹਦਾ ਹੀ ਜੋਰ ਹੈ ਭਾਈ। ਫਿਰ ਸਾਰੇ ਬੰਨ੍ਹ ਕੇ ਰੱਖੇ ਹੋਏ ਨੇ। ਸੂਰਜ ਚੰਦਰਮਾ ਇੱਕ ਸਕਿੰਟ ਦਾ ਫਰਕ ਵੀ ਨਹੀਂ ਪਾਉਂਦੇ ਹੈਗੇ। ਹਵਾ ਦੇਖ ਰਹੇ ਹਾਂ। ਨਾਮੇ ਉਤਪਤ ਨਾਮੇ ਪਰਲੋ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਬੰਨ੍ਹ ਕੇ ਰੱਖੇ ਹੋਏ ਨੇ ਸਾਰੇ ਜੀਵ ਨੇ ਭਾਈ। ਚਾਰੇ ਖਾਣੀਆਂ ਬੰਨ੍ਹ ਕੇ ਰੱਖੀਆਂ ਹੋਈਆਂ। ਉਹਦੇ ਹੁਕਮ ਤੋਂ ਕੋਈ ਬਾਹਰ ਜਾ ਹੀ ਨਹੀਂ ਸਕਦਾ। ਉਹਦਾ ਹੀ ਜ਼ੋਰ ਹੈ, ਪਰ ਅਸੀਂ ਲਾਉਂਦੇ ਹਾਂ ਆਪਦਾ ਜ਼ੋਰ ਸਰੀਰ ਕਰਕੇ। ਸਰੀਰ ਦਾ ਜ਼ੋਰ ਔਰ ਬੁੱਧ ਬਲ ਦਾ ਜ਼ੋਰ, ਇਹ 'ਚ ਫਰਕ ਸਮਝਣਾ ਸੀ ਅਸੀਂ। ਉਹ ਸਾਨੂੰ ਬਾਣੀ 'ਚ ਪਤਾ ਲੱਗੂਗਾ, ਗੁਰ ਉਪਦੇਸ਼ ਦੀ ਕਮਾਈ ਤੋਂ ਪਤਾ ਲੱਗੂਗਾ। ਇੱਕ ਬੁੱਧ ਬਲ ਹੁੰਦਾ ਹੈ, ਇੱਕ ਬਹੁ ਬਲ ਹੁੰਦਾ ਹੈ। ਬਹੁ ਬਲ ਇੱਥੇ ਹੀ ਰਹਿ ਜਾਂਦਾ ਹੈ, ਬੁੱਧ ਬਲ ਨਾਲ ਜਾਂਦਾ ਹੈ।
ਸੱਚੇ ਸਭ ਤਾਣ ਸੱਚੇ ਸਭ ਜੋਤ, ਸੱਚੀ ਤੇਰੀ ਸਿਫਤ ਸੱਚੀ ਸਲਾਹ। ਸੱਚੀ ਹੈ ਉਹਦੀ ਸਿਫਤ, ਅਸੀਂ ਸੰਸਾਰ ਦੀ ਕਰੀ ਜਾਂਦੇ ਹਾਂ। ਸੰਸਾਰ ਸਦੀਵੀ ਨਹੀਂ ਹੈਗਾ ਭਾਈ, ਫਿਰ ਵੀ ਕਰੀ ਜਾਂਦੇ ਸੰਸਾਰੀ ਜੀਵਨ, ਸਾਨੂੰ ਗਿਆਨ ਨਹੀਂ ਹੈਗਾ। ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲੇ। ਮਨ ਕੀ ਟੇਕ ਬਿਰਥੀ ਜਾਣ ਦੇਵਨ ਕੋ ਏਕੇ ਭਗਵਾਨ, ਫਿਰ ਵੀ ਨਹੀਂ ਮਨ ਮੰਨਦਾ। ਸੱਚੀ ਸਿਫਤ ਉਹਦੀ ਕਿਉਂ? ਬਣਾ ਕੇ ਦਿਖਾਓ ਕੁਛ ਐਸਾ। ਹਵਾ ਬਣਾਤੀ, ਸਾਚੇ ਤੇ ਪਵਨ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮਾਏ, ਸੰਸਾਰ ਸਾਜਤਾ ਚਾਰੇ ਖਾਣੀਆਂ ਬਣਾਤੀਆਂ, ਚੰਦਰਮਾ ਸੂਰਜ। ਬਾਣੀ ਵਿੱਚ ਚੰਦਰਮਾ ਮਨ ਨੂੰ, ਸੂਰਜ ਅੰਦਰ ਅੰਤਰਾਤਮਾ ਨੂੰ ਕਿਹਾ ਹੈ, ਚਿੱਤ ਨੂੰ। ਅਸੀਂ ਬਾਹਰ ਹੀ ਮੰਨੀ ਜਾਂਦੇ ਸਾਰਾ ਕੁਛ। ਬਣਾ ਕੇ ਦਿਖਾਓ ਕੋਈ ਐਸਾ। ਫਿਰ ਜਿਹਨੇ ਬਣਾਏ ਉਹਦੀ ਸਿਫਤ ਹੋ ਭਾਈ, ਦੂਜੇ ਦੀ ਕਿਵੇਂ ਹੋਊਗੀ? ਸੱਚ ਹਮੇਸ਼ਾ ਰਹਿੰਦਾ, ਝੂਠ ਦੀ ਸਿਫਤ ਕਿਵੇਂ ਹੋ ਜੂਗੀ? ਝੂਠ ਤਸਦੀਵ ਹੀ ਨਹੀਂ ਹੈਗਾ। ਜੋ ਉਪਜਿਆ ਸੋ ਬਿਨਸੈ, ਫਿਰ ਉਹਦੀ ਕਾਹਦੀ ਸਿਫਤ ਹੁੰਦੀ ਹੈ ਭਾਈ? ਉਹਦੀ ਗੁਣਾਂ ਦੀ ਸਿਫਤ ਹੈ, ਉਹ ਹੈ ਹੀ ਸਿਫਤ ਦੇ ਲਾਇਕ ਹੈ। ਜਦੋਂ ਅਸੀਂ ਬਾਣੀ ਵਿਚਾਰਦੇ ਹਾਂ, ਗੁਣ ਗਾਵਤ ਤੇਰੀ ਉਤਰ ਸਮੈਲ, ਜੇ ਉਹਦੇ ਗੁਣ ਗਾਉਣ ਲੱਗਦੇ ਸਾਡੀ ਮੈਲ ਤਾਂ ਹੀ ਲੈ ਜਾਂਦੀ ਹੈ। ਜਿਹੜਾ ਹੰਕਾਰ ਜਿਹਾ ਹੁੰਦਾ ਸਾਨੂੰ ਆਪਦੇ ਰਾਜ ਪਾਠ ਦਾ, ਸੰਪਤ ਦਾ, ਜੋ ਘਰਾਂ ਦਾ, ਧੀਆਂ ਪੁੱਤਾਂ ਦਾ, ਫਿਰ ਪਤਾ ਲੱਗਦਾ ਵੀ ਇਹ ਤਾਂ ਸਾਰਾ ਕੁਛ ਹੀ ਉਹਦਾ। ਭਗਤ ਕਬੀਰ ਜੀ ਨੇ ਐਵੇਂ ਗੀਤ ਥੋੜ੍ਹੀ ਗਾਇਆ। ਮੇਰਾ ਮੁਝ ਮੇਂ ਕਿਛ ਨਹੀਂ ਜੋ ਕਿਸਾ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਐਵੇਂ ਗੀਤ ਗਾਤਾ ਉਹਨਾਂ ਨੇ। ਜਦੋਂ ਸਮਝਿਆ ਵਿਚਾਰਿਆ ਵੀ ਸਾਡਾ ਤਾਂ ਕੁਛ ਵੀ ਨਹੀਂ ਇੱਥੇ ਹੈਗਾ, ਸਾਰਾ ਕੁਛ ਤਾਂ ਤੈਂ ਬਣਾਇਆ। ਮਨੁੱਖਾ ਦੇਹੀ ਵੀ ਤੇਰੀ ਕਿਰਪਾ ਨਾਲ ਮਿਲੀ, ਗਰਭ ਦੇ ਵਿੱਚ ਤੈਂ ਸਾਜਿਆ। ਤ੍ਰੇਤੇ ਜਦੋਂ ਸਰੀਰ ਨਹੀਂ ਹੁੰਦਾ, ਤੇਰਾ ਹੁਕਮ ਹੋਇਆ ਦੁਆਪਰ 'ਚ ਆਇਆ। ਸਬਜ਼ ਤੋਂ ਟੁੱਟੇ ਤਾਂ ਵੀ ਤੇਰੇ ਨਾਲ ਹੀ ਜੁੜੇ ਰਹੇ ਹੁਕਮ 'ਚ। ਸਾਰਾ ਕੁਛ ਤਾਂ ਉਹ ਕਰ ਰਿਹਾ ਵਾ। ਉਹੀ ਸਤਿਗੁਰੂ ਸਮਝਾਉਂਦੇ ਨੇ, ਸੱਚੀ ਤੇਰੀ ਸਿਰਫ ਸੱਚੀ ਸਲਾਹ। ਅਤੇ ਸੱਚੀ ਸਲਾਹ ਉਹਦੀ ਭਾਈ ਬਾਣੀ ਜਪਜੀ ਸਾਹਿਬ 'ਚ ਵੀ ਆਪਾਂ ਨੂੰ ਆਇਆ, ਨਾਨਕ ਸਿਫਤ ਸਲਾਹ। ਉਹਦੀ ਸਿਫਤ ਸਲਾਹ ਕਰਨੀ ਹੈ ਜਿਹੜਾ ਸਦੀਵੀ ਰਹਿੰਦਾ ਹੈ, ਸੱਚ ਹਮੇਸ਼ਾ ਰਹਿੰਦਾ। ਸੱਚ ਦੀ ਸਿਫਤ ਸਲਾਹ ਕਰ ਨਹੀਂ ਸਕਦੇ, ਸਾਨੂੰ ਗਿਆਨ ਹੀ ਨਹੀਂ ਹੈਗਾ। ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਫਿਰ ਅਸੀਂ ਕਰਦੇ ਹਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਸੱਚੀ ਤੇਰੀ ਕੁਦਰਤ, ਕੁਦਰਤ ਤੋਂ ਭਾਵ ਹੁਕਮ। ਆਪਾਂ ਕਹਿੰਦੇ ਵੈਸੇ ਵੀ ਸੰਸਾਰੀ ਕੁਦਰਤੀ ਹੋ ਗਿਆ, ਹੁਕਮ 'ਚ ਹੁੰਦਾ ਭਾਈ ਸਾਰਾ ਕੁਛ। ਸਾਡੀ ਸੋਚ ਤੋਂ ਵੀ ਪਰਿਆ ਹੋ ਜਾਂਦਾ। ਮੇਰਾ ਪ੍ਰਭ ਸੋ ਕਰੇ ਮੇਰੇ ਚਿੱਤ ਨਾ ਚਿਤੈਨੀ, ਸੋਚ ਤੋਂ ਵੀ ਪਰੇ ਹੁੰਦਾ। ਉਹ ਸਾਡੇ ਕੰਮ ਕਿਵੇਂ ਹੋ ਜਾਂਦੇ ਨੇ? ਫਿਰ ਨਿਯਮ ਅਨੁਸਾਰ ਹੁੰਦੇ ਨੇ, ਪਰ ਮਨ ਜਲਦੀ ਕਰਦਾ, ਕਾਹਲੀ ਕਰਦਾ, ਜਦੀ ਫਲ ਭਾਲਦਾ। ਉਹ ਬੂਟਾ ਪੱਟ ਕੇ ਲਾਉਂਦੇ ਆ ਭਾਈ, 6 ਮਹੀਨੇ ਤਾਂ ਉਹ ਨਹੀਂ ਪੱਤਾ ਕੱਢਦਾ ਹੈਗਾ, ਪਰ ਇਹ ਫਲ ਜਦੀ ਭਾਲਦਾ। ਉਹ ਜਿਹੜੇ ਦਿੰਦੇ ਨੇ ਫਲ ਝੂਠ ਦਾ ਹੀ ਫਲ ਆ, ਫਿਰ ਉਹ ਦੇ ਦਿੰਦੇ ਨੇ ਝੂਠ ਦਾ ਫਲ। ਝੂਠੇ ਨੂੰ ਝੂਠਾ ਮਿਲਦਾ 100 ਕੋ ਘੁੰਮ ਕੇ। ਇੱਥੇ ਝੂਠ ਨਹੀਂ ਚੱਲਦਾ ਭਾਈ, ਝੂਠ ਨੂੰ ਜਗ੍ਹਾ ਹੀ ਨਹੀਂ ਹੈਗੀ ਇੱਥੇ। ਸੱਚ ਹੈ। ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਤੂੰ ਸਦੀਵੀ ਰਹਿਣ ਵਾਲਾ ਵਾ। ਤੇਰੇ ਹੁਕਮ ਦੇ ਜਸ ਕੀਤਾ ਜਾਂਦਾ। ਹੁਕਮ ਤੋਂ ਭਾਵ ਨਾਮ ਦਾ। ਨਾਮ ਸਾਰੀ ਸ੍ਰਿਸ਼ਟੀ ਨਾਮ ਬਾਰੇ ਲੱਗੀ ਹੋਈ ਹੈ, ਪਰ ਨਾਮ ਬਾਰੇ ਸਮਝ ਨਹੀਂ ਵੀ ਨਾਮ ਹੈ ਕੀ ਹੈ। ਉਹ ਨਾਮ ਨਾਲ ਤਾਂ ਭਾਈ ਸ੍ਰਿਸ਼ਟੀ ਪੈਦਾ ਹੁੰਦੀ ਹੈ। ਨਾਮ ਹੁੰਦਾ ਗਿਆਨ, ਹੁਕਮ। ਉਹ ਗਿਆਨ ਨਾਲ ਇਹ ਜੀਵ ਲੱਖਾਂ ਹੀ ਸਾਹ ਲੈਣ ਲੱਗ ਜਾਂਦੇ ਆ, ਲੱਖਾਂ ਦਾ ਹੀ ਬੰਦ ਹੋ ਜਾਂਦਾ। ਫਿਰ ਨਾਮੇ ਉਤਪਤ ਨਾਮੇ ਪਰ ਲੋ। ਪਰ ਅਸੀਂ ਤਾਂ ਮਾਇਆ 'ਚ ਬੈਠੇ ਹਾਂ ਹਾਲੇ, ਮ੍ਰਿਤ ਲੋਕ 'ਚ। ਇਹ ਸੁੱਟਿਆ ਨਹੀਂ ਸਾਡਾ ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਏ। ਇਹ ਮ੍ਰਿਤ ਲੋਕ ਛੱਡਣਾ ਹੀ ਸਾਡਾ ਜਾਣ ਨੂੰ ਜੀ ਨਹੀਂ ਕਰਦਾ, ਤਾਂ ਕੀ ਹੋ ਗਿਆ? ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨ ਕਾ। ਸਤਿਗੁਰ ਸਮਝਾਉਂਦੇ ਆ ਭਾਈ, ਜਿਹੜੇ ਸੱਚ ਨਾਲ ਧਿਆਨ ਲਾ ਲੈਂਦੇ ਨੇ, ਝੂਠ ਸਮਾਪਤ ਹੋ ਜਾਂਦਾ, ਉਹ ਸੱਚ 'ਚ ਲੈ ਹੋ ਜਾਂਦੇ ਨੇ। ਜਿਹੜੇ ਫਿਰ ਆਪਦੇ ਭਾਣੇ ਚੱਲਦੇ ਨੇ, ਉਹ ਜੰਮਣ ਮਰਨ ਚਲੇ ਜਾਂਦੇ ਨੇ। ਕੱਚੇ ਨੇ ਉਹ, ਨਿਕੱਚ ਨਿਕਲਿਆ ਨਹੀਂ ਉਹਨਾਂ ਦਾ ਹਾਲੇ, ਕਿਉਂਕਿ ਅੰਦਰ ਉਹਨਾਂ ਦੇ ਮਾਇਆ ਦੀ ਭੁੱਖ, ਮੋਹ ਦਾ ਜਾਲ ਉਹਨੇ ਕੱਟਿਆ ਨਹੀਂ ਹੈਗਾ। ਆਪਦੀ ਮਤ ਨਾਲ ਕੱਟਣਾ ਚਾਹੁੰਦੇ ਨੇ, ਹੱਠ ਜੋਗ ਤਪ ਜੋਗ ਨਾਲ। ਨਹੀਂ ਭਾਈ, ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਛੂਟ ਜਾਏ ਪਰਮਾਈ। ਉਹਦੀ ਕਿਰਪਾ ਰਹਿਮਤ ਨਾਲ ਇਹ ਮੋਹ ਮਾਲ ਦਾ ਜਾਲ, ਸੰਸਾਰ ਦਾ ਜਿਹੜਾ ਛੁਟਕਾਰਾ, ਦੁੱਖਾਂ ਤੋਂ ਛੁਟਕਾਰਾ, ਜੰਮਣ ਮਰਨ ਤੋਂ ਛੁਟਕਾਰਾ, ਔਖੀ ਘੜੀ ਤੋਂ ਛੁਟਕਾਰਾ, ਉਹਦੀ ਕਿਰਪਾ ਨਾਲ ਹੋਣਾ ਭਾਈ। ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਧ ਸੰਭਾਲਿਆ। ਅਸੀਂ ਮਾਇਆ ਦੇ ਗੀਤ ਗਾਉਂਦੇ ਹਾਂ। ਔਖੀ ਘੜੀ ਤਾਂ ਆ ਰਹੀ ਹੈ ਭਾਈ ਅੱਗੇ। ਸਮਾਂ ਆ ਰਿਹਾ ਭੱਜਿਆ, ਉਹਦ ਕੱਟੇ ਦਿਨ ਸਰਨ ਆਰੇ। ਮਨ ਮਿਲ ਗੁਰਕਾਸ ਵਾਰੇ। ਆਓ ਸਾਰੇ ਭਾਈ ਮਿਲ ਕੇ ਗੁਰਕਾਜ, ਗੁਰ ਸ਼ਬਦ ਤੋਂ ਭਾਵ, ਗੁਰਕਾਜ ਤੋਂ ਭਾਵ ਗੁਰ ਸ਼ਬਦ ਨਾਲ ਜੁੜ ਕੇ। ਇਹ ਆਤਮਾ ਦਾ ਕਾਜ ਆ ਜਿਹੜਾ ਪਹਿਲਾਂ ਆਤਮਾ ਆਪਦੇ ਘਰ ਪਹੁੰਚ ਜਾਵੇ। ਸਰੀਰ 'ਚ ਰਹਿੰਦਿਆਂ ਰਹਿੰਦਿਆਂ ਦੇਵਲੋਕ ਪਹੁੰਚਣਾ ਆਪਾਂ ਨਹੀਂ, ਕਾਲ ਨੇ ਲੈ ਜਾਣਾ।
ਸ਼ਲੋਕ ਵੀ ਰੋਜ਼ ਪੜ੍ਹਦੇ ਹਾਂ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗਾ ਕੇ ਛੱਡ ਦਿੰਦੇ ਆ। ਇਹ ਪ੍ਰੈਕਟੀਕਲ ਕਰਨਾ, ਇਹ ਕਮਾਈ ਕਰਨੀ ਆ। ਇਹੀ ਤਾਂ ਭਗਤੀ ਹੈ ਭਾਈ, ਇਹੀ ਤਾਂ ਹੱਥਾਂ ਜੋੜੀ ਕਰਨੀ ਆ। ਆਪਾਂ ਤਾਂ ਜਾ ਕੇ ਗੁਰੂ ਘਰਾਂ 'ਚ ਉਪਦੇਸ਼ ਕਰਨ ਲੱਗ ਜਾਂਦੇ ਨੇ ਸਤਿਗੁਰਾਂ ਨੂੰ। ਕਬੀਰ ਜੀ ਸਮਝਾਉਂਦੇ ਨੇ, ਕਬੀਰ ਔਰੋਂ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ, ਰਾਸ ਬਗਾਨੀ ਰਾਖ ਤੇ ਖਾਇਆ ਕਰ ਕਾ ਖੇਤ। ਅਸੀਂ ਦੂਆਂ ਨੂੰ ਉਪਦੇਸ਼ ਕਰਨ ਲੱਗ ਜਾਂਦੇ, ਆਪਦਾ ਸਾਡਾ ਜੀਵਨ ਖਰਾਬ ਹੋ ਜਾਂਦਾ ਵਾ। ਫਿਰ ਬੜੇ ਬੜੇ ਮਹਿੰਗੇ ਵਸਤਰ ਪਾ ਕੇ ਸੰਸਾਰ 'ਚ ਵਡਿਆਈਆਂ ਖੱਟਦੇ ਹਾਂ। ਫਿਰ ਉਹਦੇ ਬਾਰੇ ਭਗਤ ਕਬੀਰ ਜੀ ਸਮਝਾਉਂਦੇ ਨੇ, ਕਬੀਰ ਉਜਰ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਕਰ ਕੇ ਨਾਮ ਬਿਨ ਬੱਧੇ ਜੰਮਪੁਰ ਜਾਏ। ਸਾਰਿਆਂ ਨੂੰ ਕਹਿੰਦੇ ਜੰਮ ਬਣ ਕੇ ਲੈ ਜਾਂਦਾ। ਭਾਈ ਫਿਰ ਕੀ ਖੱਟਿਆ ਆਪਾਂ? ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ ਆਪਾਂ ਭਾਈ। ਇਹ ਤੀਜਾ ਪਾਠ ਸੀਗਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ। ਖੰਡ ਹੁੰਦਾ ਅਲੱਗ, ਮਨ ਬੁੱਧੀ ਜਿਹੜੇ ਹੋ ਗਏ ਅਖੰਡ ਹੋ ਗਏ। ਬ੍ਰਹਮ ਆਪਦੇ ਮੂਲ ਨਾਲੋਂ ਦੁਬਾਰਾ ਇਹਨਾਂ ਨੇ ਇੱਕ ਹੋਣਾ, ਫਿਰ ਇਹਨਾਂ ਦੀ ਭਗਤੀ ਸ਼ੁਰੂ ਹੋਣੀ ਹੈ, ਫਿਰ ਨਾਮ ਦਾ ਦਰਸ਼ਨ ਹੋਣਾ। ਪਿੱਛੇ ਵੀ ਆਪਾਂ ਵਿਚਾਰਦੇ ਆਏ ਹਾਂ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। ਇਹ ਸਾਧ ਜਨਾਂ ਦੀ ਬਾਣੀ ਹੈ, ਇਹ ਆਪਾਂ ਭਗਤੀ ਕਰਨੀ ਹੈ। ਮਨ ਨੂੰ ਪਾਣੀ 'ਚ ਰੱਖਣਾ, ਜੋ ਦਿੱਤਾ ਕੁਦਰਤ ਨੇ ਸੱਚੇ ਨੇ, ਉਹਦਾ ਜਸ ਕਰਨਾ ਵਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਜਿਹੜੇ ਅਸੀਂ ਖੰਡ ਹੋ ਗਏ, ਉਹਦੇ ਨਾਲ ਅਲੱਗ ਹੋ ਗਏ, ਅਸੀਂ ਬ੍ਰਹਮ 'ਚ ਲੀਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।